ਅੱਜ-ਕੱਲ੍ਹ ਨੌਜਵਾਨਾਂ ਦੇ ਵਿੱਚ ਇੱਦਾਂ ਦੀਆਂ ਜਿਹੜੀ ਪ੍ਰੋਬਲਮਸ ਹੈਗੀਆਂ ਨੇ ਗ੍ਰਸਤੀ ਨੂੰ ਲੈ ਕੇ ਪ੍ਰੋਬਲਮਸ ਕਿਉਂ ਵੱਧ ਰਹੀਆਂ ਨੇ? ਬਜ਼ੁਰਗ ਕਹਿੰਦੇ ਆ ਕਿ ਜਿਹੜਾ ਮਰਦ ਹੈਗਾ ਉਹ ਇੱਕ ਤਰ੍ਹਾਂ ਦੇ ਘੀ ਦੇ ਜੰਮੇ ਹੋਏ ਘੀ ਦੇ ਵਾਂਗ ਹੈਗਾ ਤੇ ਔਰਤ ਜਿਹੜੀ ਹੈ ਉਹ ਅੱਗ ਹੈ ਤਾਂ ਉਹਦੇ ਸੰਪਰਕ 'ਚ ਆਉਣ ਨਾਲ ਉਹ ਕੀ ਪਿਘਲਦਾ ਹੈਗਾ। ਮਤਲਬ ਇੱਕ ਪ੍ਰੋਸੈਸ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਾਰਾ ਦਿਨ ਤੁਸੀਂ ਇੱਦਾਂ ਦੇ ਮੈਸੇਜ ਪੜ੍ਹ ਰਹੇ ਹੋ, ਇੱਦਾਂ ਦੇ ਵੀਡੀਓਜ਼ ਦੇਖ ਰਹੇ ਹੈਗੇ ਹੋ, ਤਾਂ ਤੁਸੀਂ ਇੱਕ ਤਰ੍ਹਾਂ ਦੇ ਹਰ ਵਕਤ ਤੁਸੀਂ ਆਪਰੇਸ਼ਨਲ ਹੈਗੇ ਹੋ। ਲਾਈਕ ਤੁਹਾਡੀ ਜਿਹੜੀ ਕਾਰ ਹੈਗੀ ਆ ਉਹ ਤੁਸੀਂ ਸਟਾਰਟ ਛੱਡੀ ਹੋਈ ਹੈ ਤਾਂ ਓਬਵੀਅਸਲੀ ਉਹਦੀ ਐਵਰੇਜ ਤਾਂ ਮਿਲੇਗੀ ਨਹੀਂ। ਘਰ ਦੇ ਵਿੱਚ ਕੋਈ ਉਸ ਚੀਜ਼ ਦਾ ਹੈ ਕੋਈ ਪ੍ਰੀਕਾਸ਼ਨ ਅਸੀਂ ਲੈ ਸਕਦੇ ਹਾਂ ਜਿਸ ਨਾਲ ਸਾਡੀ ਸਟਰੈਂਥ ਬਣੇ? ਉਹਨੂੰ ਜਦੋਂ ਉਹਨਾਂ ਟਾਈਮ ਨਹੀਂ ਲੱਗਦਾ ਤਾਂ ਇੱਕਦਮ ਬੰਦਾ ਸੋਚਦਾ ਯਾਰ ਉਹ ਬੰਦੇ ਅੱਧਾ ਪੌਣਾ ਘੰਟਾ ਗੱਲ ਕਰ ਰਹੇ ਸੀ ਤੇ ਮੈਂ ਤਾਂ 1 ਸਕਿੰਟ ਵੀ ਨਹੀਂ ਰੁਕਿਆ, ਮੈਂ ਤਾਂ 1 ਮਿੰਟ ਵੀ ਨਹੀਂ ਰੁਕਿਆ, ਤਾਂ ਮੇਰਾ ਮਤਲਬ ਹੈ ਮੇਰਾ ਤਾਂ ਮਤਲਬ ਬਹੁਤ ਜ਼ਿਆਦਾ ਬੁਰਾ ਹਾਲ ਹੈ। ਮੈਨੂੰ ਲੱਗਦਾ ਕਿ ਗੱਲ ਖੁੱਲ੍ਹ ਕੇ ਕਰਨੀ ਚਾਹੀਦੀ ਹੈ। ਕਿੱਦਾਂ ਦੇ ਜਿਹੜੇ ਚਾਹੇ ਅੰਦਰ ਕੁਛ ਬਣਾ ਹੋਵੇ ਲੇਕਿਨ ਜਦੋਂ ਦੋਸਤਾਂ ਦੇ ਵਿੱਚ ਬੈਠਦਾ ਤਾਂ ਦੂਸਰੇ ਨੂੰ ਪਰੇਸ਼ਾਨ ਕਰਨ ਲਈ ਔਰ ਆਪਣੇ ਆਪ ਨੂੰ ਉੱਚਾ ਦਿਖਾਉਣ ਲਈ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਕਿ ਪੋਸੀਬਲ ਹੁੰਦੀਆਂ ਹੀ ਨਹੀਂ। ਕੋਈ ਟਾਈਮ ਦੀ ਟੈਨਸ਼ਨ ਨਾ ਲਓ, ਕੋਈ ਟਾਈਮ ਦਾ ਮਤਲਬ ਨਹੀਂ ਹੁੰਦਾ। ਮਤਲਬ ਹੈ ਕਿ ਕੀ ਤੁਸੀਂ ਔਰ ਤੁਹਾਡਾ ਪਾਰਟਨਰ ਕੀ ਉਸ ਟਾਈਮ ਨੂੰ ਇੰਜੋਏ ਕਰ ਰਿਹਾ, ਕਿ ਉਸ ਟਾਈਮ 'ਤੇ ਤੁਸੀਂ ਖੁਸ਼ ਹੈਗੇ ਹੋ, ਠੀਕ ਹੈ, ਕਿ ਤੁਹਾਡਾ ਪਾਰਟਨਰ ਤੁਹਾਡੇ ਤੋਂ ਸੰਤੁਸ਼ਟ ਹੈਗਾ। ਅਸੀਂ ਐਕਸਰਸਾਈਜ਼ ਵੀ ਕਰ ਲਈ, ਅਸੀਂ ਆਪਣਾ ਖਾਣ ਪਾਣ ਵੀ ਠੀਕ ਕਰ ਲਿਆ, ਅਸੀਂ ਜੋ ਪ੍ਰੋਪਰ ਇੱਕ ਡਾਈਟ ਡਾਕਟਰ ਨੇ ਦੱਸੀ ਹੈ ਉਸ ਨੂੰ ਫੁੱਲ ਮਤਲਬ ਅਸੀਂ ਕਹਿ ਸਕਦੇ 100% ਆਪਣੀ ਜ਼ਿੰਦਗੀ ਦੇ ਅਨੁਸਾਰ ਉਹਨੂੰ ਢਾਲ ਲਿਆ, ਲੇਕਿਨ ਸਮੱਸਿਆ ਫਿਰ ਵੀ ਜਿਉਂ ਦੀ ਤਿਉਂ ਬਣੀ ਰਹੇ ਤੇ ਫਿਰ ਕੋਈ ਹੱਲ ਹੈ? ਬਹੁਤ ਵਧੀਆ ਹੱਲ ਹੈਗੇ ਆ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਇੰਨੇ ਦਿਨੀ ਪੰਜਾਬ ਦੇ ਵਿੱਚ ਗਲੀ ਸ਼ਹਿਰ ਤੇ ਖਾਸ ਕਰਕੇ ਕੰਧਾਂ ਦੇ ਉੱਤੇ ਗ੍ਰਸਤੀ ਨਾਲ ਸੰਬੰਧਿਤ ਸੈਕਸ ਨਾਲ ਸੰਬੰਧਿਤ ਬਿਮਾਰੀਆਂ ਦੂਰ ਕਰਨ ਦੇ ਲਈ ਵੱਡੇ ਇਸ਼ਤਿਹਾਰ ਨੇ ਜਿਹੜੇ ਉਹ ਛਾਪੇ ਜਾ ਰਹੇ ਨੇ, ਉਹ ਕਰਵਾਏ ਜਾ ਰਹੇ ਨੇ, ਲਗਾਏ ਜਾ ਰਹੇ ਨੇ ਤੇ ਸੜਕਾਂ ਕੰਢੇ ਦੇ ਉੱਤੇ ਅਲੱਗ-ਅਲੱਗ ਕਿਸਮ ਦੇ ਜਿਹੜੇ ਪ੍ਰਚਾਰ ਨੇ ਉਹ ਕੀਤੇ ਜਾ ਰਹੇ ਨੇ। ਵੱਡੇ ਦਾਅਵੇ, ਵੱਡੇ ਗੱਲਾਂ ਜਿਹੜੀਆਂ ਗ੍ਰਸਤੀ ਜੀਵਨ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਨੇ, ਜਿਸ ਤੋਂ ਬਾਅਦ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਮਨੁੱਖ ਆਪ ਸਹੇੜ ਰਿਹਾ। ਅਜਿਹੇ ਦੇ ਵਿੱਚ ਹਰੇਕ ਨੂੰ ਇੱਕ ਅਲੱਗ ਕਿਸਮ ਦੀ ਜਿਹੜੀ ਲਾਲਸਾ ਹੈ, ਅਲੱਗ ਕਿਸਮ ਦਾ ਇੱਕ ਲਾਲਚ ਹੈ ਆਪਣੀ ਗ੍ਰਸਤੀ ਨਾਲ ਸੰਬੰਧਿਤ ਹੋ ਰਿਹਾ ਹੈ। ਉਹ ਚਾਹੇ ਮੋਬਾਈਲਾਂ ਦੇ ਥਰੂ ਫਾਸ਼ ਫਿਲਮਾਂ ਦੇਖ ਕੇ ਹੋਵੇ ਜਾਂ ਹੋਰ ਕਈ ਕਾਰਨ ਨੇ ਜਿਹੜੇ ਇਸ ਵੇਲੇ ਸਾਡੇ ਸਮਾਜ ਦੇ ਵਿੱਚ ਸਾਡੇ ਸਮਾਜ ਨੂੰ ਅੰਦਰੋਂ ਜਿਹੜਾ ਘੁਣ ਵਾਂਗੋਂ ਖਤਮ ਕਰ ਰਹੇ ਨੇ। ਅਜਿਹੇ ਦੇ ਵਿੱਚ ਇਹ ਸਵਾਲ ਵੱਡਾ ਸਵਾਲ ਹੋ ਜਾਂਦਾ ਹੈ ਕਿ ਕਿਹੜੇ ਡਾਕਟਰ ਦੀ, ਕਿਹੜੇ ਵੈਦ ਦੀ, ਕਿਹੜੇ ਹਕੀਮ ਦੀ ਅਸੀਂ ਰਾਏ ਲੈ ਕੇ ਆਪਣੀ ਗ੍ਰਸਤੀ ਨੂੰ ਠੀਕ ਕਰੀਏ। ਪਰ ਲੁੱਟਮਾਰ ਦੇ ਚੱਕਰ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਆਪਣਾ ਆਰਥਿਕ ਔਰ ਮਾਨਸਿਕ ਸ਼ੋਸ਼ਣ ਕਰਵਾ ਬੈਠਦੇ ਨੇ। ਅੱਜ ਅਸੀਂ ਪਹੁੰਚੇ ਹਾਂ ਡਾਕਟਰ ਸੁਨੀਲ ਕੁਮਾਰ ਹੋਰਾਂ ਕੋਲ ਸੈਕਸ ਨਾਲ ਸੰਬੰਧਿਤ ਪ੍ਰੋਬਲਮਾਂ ਲੈ ਕੇ ਕਿ ਆਖਿਰ ਗ੍ਰਸਤੀ ਨਾਲ ਸੰਬੰਧਿਤ ਜਿਹੜੀਆਂ ਸਮੱਸਿਆਵਾਂ ਨੇ ਉਹ ਕੀ ਹੁੰਦੀਆਂ ਨੇ, ਕਿਉਂ ਆਉਂਦੀਆਂ ਨੇ ਔਰ ਕਿਸ ਤਰੀਕੇ ਨਾਲ ਉਹਨਾਂ ਤੋਂ ਨਿਜਾਤ ਪਾਈ ਜਾ ਸਕਦੀ ਹੈ ਬਗੈਰ ਆਪਣਾ ਆਰਥਿਕ ਤੇ ਸ਼ੋਸ਼ਣ ਲੁੱਟ ਕਰਵਾਏ ਤੋਂ। ਡਾਕਟਰ ਸਾਹਿਬ ਇੱਕ ਵਾਰ ਫਿਰ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ। ਥੈਂਕ ਯੂ ਸਰ, ਥੈਂਕ ਯੂ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਵੀ ਬਹੁਤ ਸਵਾਗਤ ਜੀ। ਪਹਿਲਾਂ ਡਾਕਟਰ ਸਾਹਿਬ ਸਾਡਾ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਆਯੁਰਵੈਦ ਦੇ ਵਿੱਚ ਤੁਸੀਂ ਆਯੁਰਵੈਦ ਦੇ ਵੱਡੇ ਅਸੀਂ ਡਾਕਟਰ ਕਹਿ ਸਕਦੇ ਹਾਂ, ਮੁਲਕ ਦੇ ਮੰਨੇ ਪ੍ਰਮੰਨੇ ਡਾਕਟਰਸ ਦੇ ਵਿੱਚੋਂ ਤੁਸੀਂ ਆਉਂਦੇ ਹੋ ਆਯੁਰਵੈਦ ਦੇ ਵਿੱਚੋਂ, ਤੇ ਆਯੁਰਵੈਦ ਹੈ ਜਿਹੜਾ ਉਹ ਗ੍ਰਸਤੀ ਨਾਲ ਸੰਬੰਧਿਤ ਜਿਹੜੀਆਂ ਸਮੱਸਿਆਵਾਂ ਜਾਂ ਸੈਕਸ ਬਾਰੇ ਕੀ ਆਪਣੀ ਪਰਿਭਾਸ਼ਾ ਸੈੱਟ ਕਰਦਾ ਹੈ? ਕੀ ਆਯੁਰਵੇਦ ਦੇ ਮੁਤਾਬਕ ਕੀ ਹੈ ਗ੍ਰਸਤੀ ਜਿਹੜੀ ਜ਼ਿੰਦਗੀ ਹੈ? ਸਰ ਅਗਰ ਤੁਸੀਂ ਆਯੁਰਵੇਦ ਦੀ ਗੱਲ ਕੀਤੀ ਹੈ ਤਾਂ ਆਯੁਰਵੇਦ ਦੇ ਵਿੱਚ ਇਸ ਪੁਆਇੰਟ ਦੇ ਉੱਤੇ ਇੱਕ ਸਪੈਸ਼ਲ ਟੌਪਿਕ ਹੈਗਾ ਜਿਹਨੂੰ ਵਾਜੀਕਰਨ ਕਿਹਾ ਜਾਂਦਾ ਹੈ, ਠੀਕ ਹੈ। ਤਾਂ ਵਾਜੀਕਰਨ ਦਾ ਮਤਲਬ ਹੁੰਦਾ ਹੈ ਕਿ ਬੰਦੇ ਨੂੰ ਇੰਨਾ ਸੈਕਸਵਾਨ ਬਣਾਉਣਾ ਕਿ ਉਹ ਆਪਣੇ ਜੋ ਪਾਰਟਨਰ ਹੈ, ਜੋ ਉਸਦੀ ਪਤਨੀ ਹੈ, ਉਸਦਾ ਲਾਈਫ ਪਾਰਟਨਰ ਹੈ, ਉਸ ਨੂੰ ਸੰਤੁਸ਼ਟੀ ਦੇ ਸਕੇ, ਉਸ ਦੇ ਨਾਲ ਜ਼ਿੰਦਗੀ ਦੇ ਜਿਹੜੇ ਅਨਮੋਲ ਪਲ ਹੈਗੇ ਆ ਉਹਨਾਂ ਨੂੰ ਉਹ ਇੰਜੋਏ ਕਰ ਸਕੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਅਸੀਂ ਇਹਨਾਂ ਨੂੰ ਦਵਾਈ ਨਹੀਂ ਬੋਲਦੇ, ਅਸੀਂ ਖੁਰਾਕ ਬੋਲਦੇ ਖੁਰਾਕ, ਕਿ ਇਹ ਖੁਰਾਕ ਲਵੇ, ਠੀਕ ਹੈ। ਤਾਂ ਆਯੁਰਵੇਦ ਦੇ ਵਿੱਚ ਇੱਕ ਅਲੱਗ ਤੋਂ ਇਹਦੀ ਜਿਹੜੀ ਡੈਫੀਨੇਸ਼ਨਸ ਅਲੱਗ ਤੋਂ ਇੱਕ ਪੂਰਾ ਚੈਪਟਰ ਹੀ ਅਲੱਗ ਹੈਗਾ ਰਸਾਇਣ ਤੇ ਵਾਜੀਕਰਨ ਦਾ। ਰਸਾਇਣ ਦਾ ਮਤਲਬ ਹੁੰਦਾ ਕਿ ਉਹ ਦਵਾਈਆਂ ਜਾਂ ਉਹ ਖੁਰਾਕਾਂ ਜਿਹੜੀਆਂ ਸਾਨੂੰ ਬੁਢਾਪੇ ਦੇ ਵਿੱਚ ਆਉਣ ਵਾਲੀਆਂ ਬਿਮਾਰੀਆਂ ਤੋਂ ਰੋਕਦੀਆਂ ਨੇ, ਉਹ ਰਸਾਇਣ ਹੈ, ਲਾਈਕ ਚਵਨਪ੍ਰਾਸ਼ ਹੈ। ਇਸੇ ਤਰ੍ਹਾਂ ਵਾਜੀਕਰਨ ਉਹ ਖੁਰਾਕ ਜਿਹੜੀ ਕਿ ਸਾਡੇ ਬੋਡੀ ਦੇ ਵਿੱਚ ਸਾਨੂੰ ਸ਼ੁਕਰਵਾਨ ਬਣਾਵੇ, ਸਾਨੂੰ ਵੀਰੇਵਾਨ ਬਣਾਵੇ, ਜਿਹਦੇ ਨਾਲ ਅਸੀਂ ਆਪਣੀ ਪਤਨੀ ਦਾ ਜੋ ਆਂਤਰਿਕ ਪਲ ਹੈਗੇ ਉਹਨਾਂ ਦੇ ਵਿੱਚ ਅਸੀਂ ਉਹਨੂੰ ਸੰਤੋਸ਼
ਸੰਤੋਸ਼ ਪੈਦਾ ਦੇ ਸਕੀਏ ਤੇ ਉਹਨਾਂ ਨੂੰ ਸੰਤੁਸ਼ਟੀ ਦਿਲਾ ਸਕੀਏ, ਇੱਕ ਅਲੱਗ ਟੌਪਿਕ ਹੈਗਾ। ਠੀਕ ਹੈ, ਇਸ ਤੋਂ ਇਲਾਵਾ ਇੱਕ ਹੋਰ ਬੜੀ ਵਧੀਆ ਚੀਜ਼ ਦੱਸੀ ਗਈ ਹੈਗੀ ਹੈ ਇਸੇ ਵਾਜੀਕਰਨ ਦੇ ਟੌਪਿਕ ਦੇ ਵਿੱਚ ਕਿ ਸਭ ਤੋਂ ਉੱਤਮ, ਸਭ ਤੋਂ ਵਧੀਆ ਜਿਹੜੀ ਦਵਾਈ ਹੈਗੀ ਉਹ ਕਿਹੜੀ ਹੈਗੀ ਹੈ। ਇਹ ਇੱਕ ਸਪੈਸ਼ਲ ਸਾਡੇ ਜਿਹੜਾ ਕੈਰੀਕੂਲਮ ਹੈਗਾ ਸਾਡਾ, ਜਦੋਂ ਕੁਐਸਚਨ ਬੈਂਕ ਪੇਪਰ ਆਉਂਦੇ ਹੈਗੇ ਉਹਦੇ ਵਿੱਚ ਵੀ ਇਹ ਕੁਐਸਚਨ ਪੁੱਛਿਆ ਜਾਂਦਾ ਸੀ ਛੋਟਾ ਜਿਹਾ ਕਿ ਕਿਹੜੀ ਸਭ ਤੋਂ ਉੱਤਮ ਦਵਾਈ ਹੈ। ਜੀ, ਇਸ ਬਾਰੇ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ, ਪਰ ਸਾਨੂੰ ਇਹ ਦੱਸੋ ਕਿ ਅੱਜ ਕੱਲ੍ਹ ਨੌਜਵਾਨਾਂ ਦੇ ਵਿੱਚ ਇੱਦਾਂ ਦੀਆਂ ਜਿਹੜੀ ਪ੍ਰੋਬਲਮਸ ਹੈਗੀਆਂ ਨੇ, ਗ੍ਰਸਤੀ ਨੂੰ ਲੈ ਕੇ ਪ੍ਰੋਬਲਮਸ ਕਿਉਂ ਵੱਧ ਰਹੀਆਂ ਨੇ ਤੁਹਾਡੇ ਮੁਤਾਬਕ, ਕਿਉਂਕਿ ਤੁਸੀਂ ਸੈਂਕੜੇ ਮਰੀਜ਼ ਇੱਥੇ ਦੇਖਦੇ ਹੋ, ਕੀ ਕਾਰਨ ਕੀ ਹੈ ਜੀ ਅਸਲ? ਸਰ, ਇਹਦਾ ਕਾਰਨ ਸਮਝਣ ਤੋਂ ਪਹਿਲਾਂ ਤੁਹਾਨੂੰ ਥੋੜ੍ਹਾ ਜਿਹਾ ਇਹਦੀ ਹਿਸਟਰੀ ਜਾਣਨੀ ਪਏਗੀ ਕਿ ਬੋਡੀ ਦੇ ਅੰਦਰ ਹੁੰਦਾ ਕੀ ਹੈਗਾ। ਦੇਖੋ, ਜਿਹੜੀ ਵੀ ਚੀਜ਼ ਰਿਲੇਟਿਡ ਹੈਗੀ ਹੈ, ਜਿਵੇਂ ਆਪਾਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਕਿ 3 ਕਾਰਨ ਹੁੰਦੇ ਆ ਬਿਮਾਰੀਆਂ ਪੈਦਾ ਕਰਨ ਦੇ, ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਵਾਤ ਪਿੱਤ ਕਫ ਦਾ ਇੰਬੈਲੈਂਸ ਹੈਗਾ ਸੀ, ਦੂਜਾ ਬਾਹਰੀ ਬੈਕਟੀਰੀਆ ਵਾਇਰਸ ਹੈਗੇ ਸੀ। ਤਾਂ ਜਦੋਂ ਅਸੀਂ ਖਾਣਾ ਖਾਂਦੇ ਹਾਂ, ਸਾਡੀ ਡਾਈਜੈਸ਼ਨ ਹੁੰਦੀ ਹੈ, ਮੈਂ ਲਾਸਟ ਟਾਈਮ ਵੀ ਤੁਹਾਨੂੰ ਡਾਈਜੈਸ਼ਨ ਬਾਰੇ ਦੱਸਿਆ ਸੀਗਾ, ਤਾਂ ਜਦੋਂ ਸਾਡੀ ਡਾਈਜੈਸ਼ਨ ਹੁੰਦੀ ਹੈ ਤਾਂ ਆਯੁਰਵੇਦ ਕਹਿੰਦਾ ਕਿ ਸਾਡੀ ਬੋਡੀ ਦੇ ਵਿੱਚ 7 ਧਾਤੂਆਂ ਬਣਦੀਆਂ ਹੈਗੀਆਂ। ਪਹਿਲੀ ਧਾਤੂ ਹੈ ਰਸ, ਫਿਰ ਰਕਤ, ਫਿਰ ਮਾਂਸ, ਫਿਰ ਮੇਦ, ਫਿਰ ਅਸਥੀ, ਮੱਝਾ, ਸ਼ੁਕਰ। ਜਿਵੇਂ ਜਿਵੇਂ ਇਹ ਪ੍ਰੋਸੈਸ ਅੱਗੇ ਵੱਧਦਾ ਹੈ ਬੋਡੀ ਦੇ ਵਿੱਚ, ਤਾਂ ਹਰ ਧਾਤੂ ਦੇ ਬਣਨ ਦੇ ਬਾਅਦ ਕੁਝ ਵੇਸਟ ਪ੍ਰੋਡਕਟ ਬਾਹਰ ਨਿਕਲ ਜਾਂਦਾ ਹੈ। ਜੀ, ਰਸ ਬਣਿਆ ਦੇਖਿਆ ਹੋਏਗਾ ਤੁਸੀਂ, ਖਾਣਾ ਖਾਂਦੇ ਆ ਬਹੁਤ ਲੋਕਾਂ ਨੂੰ ਪਸੀਨਾ ਆਉਂਦਾ ਹੈ। ਠੀਕ ਹੈ ਨਾ, ਉਹ ਕੀ ਹੈ ਕਿ ਰਸ ਦਾ ਜਿਹੜਾ ਵੇਸਟ ਪ੍ਰੋਡਕਟ ਹੈ ਉਹ ਪਸੀਨੇ ਦੇ ਥਰੂ ਬਾਹਰ ਨਿਕਲ ਰਿਹਾ ਹੈਗਾ। ਤਾਂ ਆਤਰਵ ਅਸੀਂ ਬੋਲਦੇ ਆ ਜੋ ਲੇਡੀਜ਼ ਦਾ ਮੈਂਸਟਰੂਏਸ਼ਨ ਸਾਈਕਲ ਹੈਗਾ, ਤਾਂ ਇਹ ਵੇਸਟ ਪ੍ਰੋਡਕਟ ਨਿਕਲਦੀਆਂ ਜਾਂਦੀਆਂ ਹੈਗੀਆਂ। ਠੀਕ ਹੈ, ਲੇਕਿਨ ਜਦੋਂ ਸ਼ੁਕਰ ਧਾਤੂ, ਵੀਰੇ ਜਿਹਨੂੰ ਕਹਿੰਦੇ ਆ, ਜਦੋਂ ਸ਼ੁਕਰ ਧਾਤੂ ਬਣਦੀ ਹੈ ਤਾਂ ਉਹਦਾ ਕੋਈ ਵੇਸਟ ਪ੍ਰੋਡਕਟ ਨਹੀਂ ਹੁੰਦਾ। ਤਾਂ ਉਹ ਵੇਸਟ ਪ੍ਰੋਡਕਟ ਨਹੀਂ ਹੁੰਦਾ, ਉਹਦਾ ਵੇਸਟ ਪ੍ਰੋਡਕਟ ਕੀ ਹੈ? ਤੁਹਾਡੇ ਚਿਹਰੇ ਦੀ ਚਮਕ, ਤੁਹਾਡੇ ਚਿਹਰੇ ਦਾ ਓਸ। ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਜਿਹੜੇ ਰਿਸ਼ੀ ਮੁਨੀ ਜਾਂ ਅੱਛੇ ਖਾਣ ਪੀਣ ਰੱਖਣ ਵਾਲੇ ਜਿਹੜੇ ਬਜ਼ੁਰਗ ਹੈਗੇ ਆ, ਉਹਨਾਂ ਦਾ ਚਿਹਰਾ ਦਮ-ਦਮ ਕਰ ਰਿਹਾ ਹੁੰਦਾ। ਕਈ ਵਾਰੀ ਪਿੰਡਾਂ ਦੇ ਵਿੱਚ ਅਕਸਰ ਬਜ਼ੁਰਗ ਜਿਵੇਂ ਕਹਿੰਦੇ ਨਾ ਸੱਥ 'ਚ ਬੈਠੇ ਹੁੰਦੇ ਆ ਤੇ ਮੁੰਡਿਆਂ ਨੂੰ ਦੇਖ ਕੇ ਕਹਿੰਦੇ ਉਹ ਤੇਰਾ ਵਿਆਹ ਹੋਣ ਵਾਲਾ, ਤੇਰੇ ਸੱਤੂ ਮਰੇ ਪਏ ਆ, ਪਰ ਚਿਹਰੇ ਦੀ ਚਮਕ ਹੀ ਨਹੀਂ ਹੈ, ਓਜ਼ ਹੀ ਨਹੀਂ ਹੈ ਤੇਰੇ ਅੰਦਰ। ਤਾਂ ਓਜ਼ ਨਹੀਂ ਹੈ ਮਤਲਬ ਸ਼ੁਕਰ ਨਹੀਂ ਹੈ, ਸ਼ੁਕਰ ਨਹੀਂ ਹੈ ਮਤਲਬ ਤੂੰ ਆਪਣੀ ਔਰਤ ਨੂੰ ਕਿੱਦਾਂ ਸੰਤੁਸ਼ਟ ਕਰੇਗਾ। ਹੁਣ ਤੁਸੀਂ ਪੁੱਛਿਆ ਕਿ ਅੱਜ ਕੱਲ੍ਹ ਨੌਜਵਾਨਾਂ ਨੂੰ ਇਹ ਦਿੱਕਤ ਕਿਉਂ ਆ ਰਹੀ ਹੈ, ਜ਼ਿਆਦਾ ਕਿਉਂ ਆ ਰਹੀ ਹੈ, ਸਾਰੇ ਪੂਰੇ ਮੁਲਕ ਦੀ ਗੱਲ ਕਰ ਰਹੇ ਸਰ। ਉਹਦੇ 2 ਰੀਜ਼ਨ ਮੇਨ ਹੈ, ਵੈਸੇ ਤਾਂ ਹੋਰ ਬਹੁਤ ਰੀਜ਼ਨ ਹੋ ਸਕਦੇ ਪਰ 2 ਮੇਨ ਰੀਜ਼ਨ ਹੈ। ਪਹਿਲਾ ਰੀਜ਼ਨ ਹੈ ਕਿ ਜੋ ਸਾਡਾ ਖਾਣ ਪੀਣ ਹੈ, ਤੁਸੀਂ ਦੇਖੋ ਕਿ ਅਸੀਂ ਜੰਕ ਫੂਡ ਕਿੰਨਾ ਖਾ ਰਹੇ ਹਾਂ, ਕਿੰਨੇ ਕੈਮੀਕਲਸ ਉਹਦੇ ਵਿੱਚ ਹੈ ਤੇ ਕਿੰਨਾ ਐਸਿਡਿਕ ਫੂਡ ਅਸੀਂ ਖਾ ਰਹੇ ਹਾਂ। ਤਾਂ ਐਸਿਡ ਦਾ ਮਤਲਬ ਕੀ ਹੈ? ਹੀਟ, ਬੋਡੀ 'ਚ ਤੁਹਾਡੇ ਹੀਟ ਵਧੇਗੀ। ਔਰ ਇਹ ਅਕਸਰ ਮੈਂ ਉਹ ਗੱਲਾਂ ਨਾਲ, ਕਿਤਾਬਾਂ ਦੇ ਨਾਲ ਨਾਲ ਮੈਂ ਤੁਹਾਨੂੰ ਪ੍ਰੈਕਟੀਕਲ ਐਕਸਪੀਰੀਅੰਸ, ਜੋ ਬਜ਼ੁਰਗ ਕਹਿੰਦੇ ਆ ਕਿ ਜਿਹੜਾ ਮਰਦ ਹੈਗਾ ਉਹ ਇੱਕ ਤਰ੍ਹਾਂ ਦੇ ਘੀ ਦੇ ਜੰਮੇ ਹੋਏ ਘੀ ਦੇ ਵਾਂਗ ਹੈਗਾ, ਤੇ ਔਰਤ ਜਿਹੜੀ ਹੈ ਉਹ ਅੱਗ ਹੈ। ਤਾਂ ਉਹਦੇ ਸੰਪਰਕ 'ਚ ਆਉਣ ਨਾਲ ਉਹ ਕੀ ਪਿਘਲਦਾ ਹੈਗਾ, ਮਤਲਬ ਇੱਕ ਪ੍ਰੋਸੈਸ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਹੈ। ਠੀਕ ਹੈ, ਤਾਂ ਹੁਣ ਜੇਕਰ ਤੁਸੀਂ ਆਲਰੇਡੀ ਤੁਹਾਡੇ ਅੰਦਰ ਹੀ ਇੰਨਾ ਜ਼ਿਆਦਾ ਐਸਿਡ ਦੀ ਅੱਗ ਹੈਗੀ ਹੈ ਤਾਂ ਵੀਰਯ ਤੁਹਾਡਾ ਪਤਲਾ ਬਣਦਾ ਜਾਏਗਾ। ਅਗਰ ਉਹ ਵੀਰਯ ਪਤਲਾ ਹੈਗਾ ਤਾਂ ਤੁਹਾਡੇ ਅੰਦਰ ਸਟਰੈਂਥ ਨਹੀਂ ਆ ਪਾਏਗੀ। ਰਾਈਟ, ਸਟਰੈਂਥ ਜਿੰਨੀ ਕੁ ਵੀ ਹੋਏਗੀ ਉਹ ਤੁਸੀਂ ਔਰਤ ਦੇ ਨਾਲ ਥੋੜ੍ਹਾ ਜਿਹਾ ਸੰਪਰਕ ਕਰੋਗੇ, ਉਹ ਜਲਦੀ ਡਿਸਚਾਰਜ ਹੋ ਜਾਏਗਾ ਤੁਹਾਡਾ। ਠੀਕ ਹੈ, ਇਹ ਪਹਿਲਾ ਰੀਜ਼ਨ ਹੈ, ਤੁਹਾਡਾ ਖਾਣ ਪੀਣ, ਤੁਹਾਡਾ ਜੰਕ ਫੂਡ, ਤੁਹਾਡਾ ਐਸਿਡਿਕ ਖਾਣਾ ਜਿਹੜਾ ਹੈਗਾ ਉਹ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਨੁਕਸਾਨਦਾਇਕ ਹੈਗਾ। ਤਾਂ ਮੈਂ ਆਪਣੇ ਜੋ ਬੱਚੇ ਹੈਗੇ ਆ ਉਹਨਾਂ ਨੂੰ ਖਾਸ ਕਰ ਇੱਥੋਂ ਤੁਹਾਨੂੰ ਇੱਕ ਮੈਸੇਜ ਵੀ ਦੇਣਾ ਚਾਹੁੰਦਾ ਕਿ ਪਲੀਜ਼ ਤੁਸੀਂ ਆਪਣਾ ਖਾਣ ਪੀਣ ਜ਼ਰੂਰ ਸੁਧਾਰ ਲਓ। ਠੀਕ ਹੈ, ਅਗਰ ਤੁਸੀਂ ਇੱਦਾਂ ਦਾ ਮੈਦਾ ਖਾਓਗੇ, ਐਸਿਡਿਕ ਫੂਡ ਖਾਓਗੇ, ਜੰਕ ਫੂਡ ਜੋ ਸਟਰੀਟ ਫੂਡ ਜ਼ਿਆਦਾ ਖਾਓਗੇ ਤਾਂ ਇਹ ਪ੍ਰੋਬਲਮਸ ਤੁਹਾਨੂੰ ਆਉਣਗੀਆਂ। ਔਰ ਜਦੋਂ ਤੁਹਾਨੂੰ ਇਹ ਪ੍ਰੋਬਲਮਸ ਆਉਣਗੀਆਂ ਫਿਰ ਤੁਹਾਡਾ ਸ਼ੋਸ਼ਣ ਹੋਏਗਾ, ਕਿਉਂਕਿ ਤੁਸੀਂ ਵਿਸ਼ਵਾਸ ਕਰ ਹੀ ਨਹੀਂ ਪਾਓਗੇ। ਹਰ ਬੰਦਾ ਇਸ ਤਰੀਕੇ ਨਾਲ ਤੁਹਾਨੂੰ ਐਕਸਪਲੇਨ ਕਰੇਗਾ ਕਿ ਇਸ ਤੋਂ ਵਧੀਆ ਕੋਈ ਦਵਾਈ ਨਹੀਂ ਹੈ। ਠੀਕ ਹੈ, ਤਾਂ ਤੁਹਾਨੂੰ ਮਜਬੂਰੀ 'ਚ ਲੈਣੀ ਪਏਗੀ ਜੀ। ਠੀਕ ਹੈ, ਬਹੁਤ ਸਾਰੇ ਇਹਦੇ ਬੱਚੇ ਆਉਂਦੇ ਹੈਗੇ ਆ, ਰੀਸੈਂਟਲੀ ਹਲੇ ਕੁਝ ਦਿਨ ਪਹਿਲਾਂ ਹੀ ਆ ਕੇ ਗਿਆ ਉਹ ਜੀ, ਮੈਰਿਜ ਵਾਸਤੇ ਪਰਿਵਾਰ ਦਬਾਅ ਪਾ ਰਿਹਾ ਔਰ ਅੰਦਰ ਵੀਰਯ ਬਿਲਕੁਲ ਸੁੱਕਿਆ ਪਿਆ, ਪਤਲਾ ਹੋਇਆ ਪਿਆ ਹੈਗਾ। ਰਾਈਟ, ਦੂਸਰਾ ਰੀਜ਼ਨ ਹੈ ਸੋਸ਼ਲ ਮੀਡੀਆ, ਜੋ ਤੁਸੀਂ ਆਪਣੀ ਇੰਟਰੋਡਕਸ਼ਨ ਦੇ ਵਿੱਚ ਦੱਸ ਰਹੇ ਸੀਗੇ। ਇਹ ਇੱਕ ਬਹੁਤ ਵੱਡਾ ਰੀਜ਼ਨ ਹੈ, ਕਿਉਂਕਿ ਸੈਕਸ ਕਿਹਾ ਜਾਂਦਾ ਲੱਤਾਂ ਦੇ ਵਿਚਕਾਰ ਨਹੀਂ, ਕੰਨਾਂ ਦੇ ਵਿਚਕਾਰ ਹੁੰਦਾ। ਤੁਹਾਡਾ ਅਗਰ ਮਾਈਂਡ ਸਾਰਾ ਦਿਨ ਇੱਦਾਂ ਦਾ ਸੋਸ਼ਲ ਮੀਡੀਆ ਦੇਖਦਾ ਹੈ, ਰਾਈਟ, ਸਾਰਾ ਦਿਨ ਤੁਸੀਂ ਇੱਦਾਂ ਦੇ ਮੈਸੇਜ ਪੜ੍ਹ ਰਹੇ ਹੋ, ਇੱਦਾਂ ਦੇ ਵੀਡੀਓਜ਼ ਦੇਖ ਰਹੇ ਹੈਗੇ ਹੋ, ਤਾਂ ਤੁਸੀਂ ਇੱਕ ਤਰ੍ਹਾਂ ਦੇ ਹਰ ਵਕਤ ਤੁਸੀਂ ਓਪਰੇਸ਼ਨਲ ਹੈਗੇ ਹੋ। ਲਾਈਕ ਤੁਹਾਡੀ ਜਿਹੜੀ ਕਾਰ ਹੈਗੀ ਆ ਉਹ ਤੁਸੀਂ ਸਟਾਰਟ ਛੱਡੀ ਹੋਈ ਹੈ, ਤਾਂ ਓਬਵੀਅਸਲੀ ਉਹਦੀ ਐਵਰੇਜ ਤਾਂ ਮਿਲੇਗੀ ਨਹੀਂ ਤੁਹਾਨੂੰ। ਠੀਕ ਹੈ, ਤਾਂ ਇਸ ਲਈ ਜ਼ਰੂਰੀ ਹੈਗਾ ਕਿ ਤੁਸੀਂ ਇੱਕ ਅੱਛਾ ਸਟੱਫ ਦੇਖੋ, ਅੱਛਾ ਜਿਹੜਾ ਸਾਹਿਤਯ ਪੜ੍ਹੋ, ਅੱਛੀਆਂ ਵੀਡੀਓਜ਼ ਦੇਖੋ ਔਰ ਅੱਛੇ ਵਿਚਾਰ ਰੱਖੋ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਕਰਨ ਦੇ ਨਾਲ ਤੁਹਾਡੀ ਜਿਹੜੀ ਬੋਡੀ ਹੈ ਉਹ ਹੈਲਦੀ ਹੋਏਗੀ।
ਠੀਕ ਹੈ। ਤੇ ਇਸ ਲਈ ਬਹੁਤ ਜ਼ਰੂਰੀ ਹੈ ਆਪਣੇ ਤੋਂ ਸੋਸ਼ਲ ਮੀਡੀਆ ਅਗਰ ਦੇਖਣਾ ਹੀ ਹੈਗਾ ਤਾਂ ਗੁਰਬਾਣੀ ਸੁਣੋ, ਸਹਿਜ ਪਾਠ ਸੁਣੋ, ਬਹੁਤ ਅੱਛੀ ਚੀਜ਼ਾਂ ਹੈਗੀਆਂ, ਸਵੇਰੇ ਉੱਠ ਕੇ ਇੱਕ ਵਾਰ ਕਰੋ ਤਾਂ ਸਹੀ ਹੈ ਨਾ। ਤਾਂ ਤੁਸੀਂ ਜਦੋਂ ਇਹ ਕੰਮ ਕਰੋਗੇ ਤਾਂ ਬੋਡੀ 'ਚ ਪੋਜ਼ਿਟਿਵ ਵਿਚਾਰ ਆਉਣਗੇ, ਪੋਜ਼ਿਟਿਵ ਵਿਚਾਰ ਆਉਣਗੇ, ਤੁਹਾਡਾ ਖਾਣਾ ਵੀ ਅੱਛਾ ਹੋਏਗਾ, ਖਾਣਾ ਅੱਛਾ ਹੋਏਗਾ ਤਾਂ ਸਾਰੀ ਚੀਜ਼ਾਂ ਇੱਕਦਮ ਸੈੱਟ ਹੁੰਦੀਆਂ ਜਾਣਗੀਆਂ, ਰਾਈਟ। ਤਾਂ ਇਹ ਦੋ ਚੀਜ਼ਾਂ ਤੋਂ ਬਚ ਕੇ ਰਹੋ, ਇੱਕ ਤਾਂ ਆਪਣਾ ਖਾਣਾ ਸਟਰੀਟ ਫੂਡ ਜੰਕ ਫੂਡ ਬੰਦ ਕਰ ਦਿਓ, ਔਰ ਦੂਸਰਾ ਸੋਸ਼ਲ ਮੀਡੀਆ ਤੇ ਅਗਰ ਤੁਸੀਂ ਇਦਾਂ ਦਾ ਕੋਈ ਸਟੱਫ ਦੇਖ ਰਹੇ ਹੋ ਤਾਂ ਉਸ ਨੂੰ ਇਗਨੋਰ ਕਰੋ, 100% ਇਗਨੋਰ ਕਰੋ। ਤੁਹਾਡੀ ਲਾਈਫ ਇਹਦੇ ਨਾਲ ਬਰਬਾਦ ਹੋ ਸਕਦੀ ਹੈ। ਤੁਸੀਂ ਇਸ ਤਰ੍ਹਾਂ ਦੀ ਪੋਜੀਸ਼ਨ 'ਚ ਜਾ ਸਕਦੇ ਹੋ ਜਿੱਥੋਂ ਬਾਹਰ ਕੱਢਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਏਗਾ, ਠੀਕ ਹੈ। ਤਾਂ ਟਾਈਮ ਰਹਿੰਦੇ ਸਮਝ ਜਾਓ ਤਾਂ ਵਧੀਆ ਗੱਲ ਹੈਗੀ ਹੈ। ਫਿਰ ਡਾਕਟਰ ਸਾਹਿਬ, ਜਿਹੜੇ ਲੋਕ ਇਸ ਵੇਲੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਬਿਮਾਰੀ ਤੋਂ ਪੀੜਤ ਨੇ, ਜਿਹੜੀ ਬਿਮਾਰੀ ਤੁਸੀਂ ਦੱਸ ਰਹੇ ਹੋ, ਬਿਮਾਰੀ ਅਸੀਂ ਇਹਨੂੰ ਕਹਾਂਗੇ, ਤੇ ਘਰ ਦੇ ਵਿੱਚ ਕੋਈ ਉਸ ਚੀਜ਼ ਦਾ ਹੈ, ਕੋਈ ਪ੍ਰੀਕਾਸ਼ਨ ਅਸੀਂ ਲੈ ਸਕਦੇ ਹਾਂ ਜਿਸ ਨਾਲ ਸਾਡੀ ਸਟਰੈਂਥ ਬਣੇ? ਕਿਉਂਕਿ ਅੱਜ ਕੱਲ੍ਹ ਤੇ ਪ੍ਰਚਾਰ ਇਹ ਹੋ ਰਿਹਾ ਕਿ ਜੀ ਐਵੇਂ ਤੁਸੀਂ ਇਸ ਤਰੀਕੇ ਨਾਲ ਕਰੋ ਤਾਂ ਐਵੇਂ ਹੋਏਗਾ। ਬੜਾ ਕਈ ਵਾਰ ਤਾਂ ਹਾਸੋਹੀਣਾ ਪ੍ਰਚਾਰ ਵੀ ਕੀਤਾ ਜਾਂਦਾ ਹੈ ਇਸ ਬਿਮਾਰੀ ਨੂੰ ਲੈ ਕੇ, ਔਰ ਜ਼ਿਆਦਾਤਰ ਕੀ ਹੁੰਦਾ ਹੈ ਕਿ ਨੌਜਵਾਨ ਇਸ ਨੂੰ ਇੰਟਰਨਲ ਮੈਟਰ ਸਮਝ ਕਿ ਭਾਵਨਾਤਮਕ ਤੌਰ ਤੇ ਵੀ ਕਿਸੇ ਨਾਲ ਗੱਲ ਕਰਕੇ ਰਾਜ਼ੀ ਨਹੀਂ ਹੁੰਦਾ, ਤੇ ਅੰਦਰ ਖਾਤੇ ਆਪਣਾ ਵੱਡਾ ਸ਼ੋਸ਼ਣ ਹੈ ਜਿਹੜਾ ਨੀਮ ਹਕੀਮ ਤੋਂ ਜਿਹੜਾ ਕਰਵਾਈ ਜਾ ਰਿਹਾ। ਸਰ ਦੇਖੋ, ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਇਹ ਜਿਹੜੀ ਪ੍ਰੋਬਲਮ ਹੈਗੀ ਹੈ ਨੌਜਵਾਨ ਵਰਗ ਦੇ ਵਿੱਚ ਜ਼ਿਆਦਾ ਆ ਰਹੀ ਹੈ, ਲੇਕਿਨ ਨਾ ਸਿਰਫ ਨੌਜਵਾਨ ਵਰਗ ਦੇ ਵਿੱਚ ਅੱਜ ਕੱਲ੍ਹ ਅਸੀਂ 40 ਦੀ ਏਜ ਤੋਂ ਬਾਅਦ ਬਹੁਤ ਜ਼ਿਆਦਾ ਪ੍ਰੋਬਲਮ ਦੇਖ ਰਹੇ ਹੈਗੇ ਆ। ਉਹਦਾ ਕਾਰਨ ਕੀ ਹੈਗਾ ਕਿ ਖਾਣ ਪੀਣ ਆਲਰੇਡੀ ਮੈਂ ਡਿਸਕਸ ਕਰ ਚੁੱਕਿਆ। ਨੌਜਵਾਨ ਵਰਗ ਦੇ ਲਈ ਜਿਹੜਾ ਸਟੇਬਿਲਿਟੀ ਹੈਗੀ ਹੈ, ਜਿਵੇਂ ਉਹਨਾਂ ਦਾ ਕੋਈ ਨਾ ਤਾਂ ਉਹ ਯੋਗਾ ਕਰਦੇ ਆ, ਨਾ ਹੀ ਕੋਈ ਉਹ ਜ਼ਿਆਦਾ ਸਟੇਬਲ ਰਹਿੰਦੇ ਹੈਗੇ ਆ, ਤਾਂ ਉਹਨਾਂ ਨੂੰ ਸਾਰਾ ਦਿਨ ਇਹੀ ਗੱਲਾਂ ਡਿਸਕਸ਼ਨ ਹੁੰਦੀਆਂ ਨੇ। ਦੂਸਰਾ, ਅਗਰ ਤੁਸੀਂ ਗਰੁੱਪ ਦੇ ਵਿੱਚ ਕਦੇ ਨੌਜਵਾਨਾਂ ਦੇ ਗਰੁੱਪ 'ਚ ਵਿਚਰ ਕੇ ਦੇਖੋ, ਬੈਠ ਕੇ ਦੇਖੋ, ਅਗਰ ਇਹ ਡਿਸਕਸ਼ਨ ਹੋ ਰਹੀ ਹੈ ਤਾਂ ਇੱਕ ਅੱਧਾ ਬੰਦਾ ਐਸਾ ਹੁੰਦਾ ਕਿ ਵੱਡੇ ਵੱਡੇ ਗਪੌੜ ਛੱਡਦਾ ਕਿ ਮਾਨਸਿਕ ਤੌਰ ਤੇ ਬੰਦੇ ਨੂੰ ਪਰੇਸ਼ਾਨ ਕਰ ਦਿੰਦਾ ਕਿ ਪਤਾ ਨਹੀਂ ਕਿੱਡਾ ਵੱਡਾ ਹੀ ਮੈਨ ਹੈ। ਜਿਵੇਂ ਕਿ ਮਤਲਬ ਹੁਣ ਟੀਵੀ ਤੇ ਬੋਲਣਾ ਥੋੜਾ ਜਿਹਾ ਸ਼ਬਦ ਮੈਨੂੰ ਨਹੀਂ ਪਤਾ, ਲੋਕਾਂ ਨੂੰ ਪਤਾ ਲੱਗੇ। ਸਾਨੂੰ ਮੈਨੂੰ ਲੱਗਦਾ ਕਿ ਗੱਲ ਖੁੱਲ੍ਹ ਕੇ ਕਰਨੀ ਚਾਹੀਦੀ ਹੈ। ਕਿੱਦਾਂ ਦੇ ਜਿਹੜੇ ਚਾਹੇ ਅੰਦਰ ਕੁਛ ਬਣਾ ਹੋਵੇ, ਲੇਕਿਨ ਜਦੋਂ ਦੋਸਤਾਂ ਦੇ ਵਿੱਚ ਬੈਠਦਾ ਤਾਂ ਦੂਸਰੇ ਨੂੰ ਪਰੇਸ਼ਾਨ ਕਰਨ ਲਈ ਔਰ ਆਪਣੇ ਆਪ ਨੂੰ ਉੱਚਾ ਦਿਖਾਉਣ ਲਈ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਕਿ ਪੋਸੀਬਲ ਹੁੰਦੀਆਂ ਹੀ ਨਹੀਂ। ਸਰ ਇਹ ਕੀ ਹੁੰਦਾ ਕਿ ਜਦੋਂ ਅਸੀਂ ਦੋਸਤਾਂ 'ਚ ਬੈਠੇ ਹੈਗੇ, ਕੁਛ ਐਸੇ ਬੰਦੇ ਹੁੰਦੇ ਆ ਜੋ ਸਾਹਮਣੇ ਵਾਲੇ ਬੰਦੇ ਨੂੰ ਡੀਮੋਰਲਾਈਜ਼ ਕਰਨ ਵਾਸਤੇ ਬਹੁਤ ਜ਼ਿਆਦਾ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਛੱਡਦੇ ਆ ਕਿ ਬਈ ਟਾਈਮ ਤਾਂ ਬਹੁਤ ਲੱਗਦਾ ਹੈਗਾ, ਕੋਈ ਅੱਧਾ ਘੰਟਾ ਟਾਈਮ ਦੱਸਦਾ, ਕੋਈ 25 ਮਿੰਟ ਦੱਸਦਾ, ਕੋਈ ਘੰਟਾ ਦੱਸਦਾ। ਤੇ ਜਦੋਂ ਪਰਸਨਲ ਬੰਦਾ ਆਪ ਜਾ ਕੇ ਆਪਣੀ ਵਾਈਫ ਦੇ ਨਾਲ ਇੰਟਰਕੋਰਸ ਆਉਂਦਾ ਹੈ ਤਾਂ ਉਹਨੂੰ ਜਦੋਂ ਉਨਾ ਕੁ ਟਾਈਮ ਨਹੀਂ ਲੱਗਦਾ ਤਾਂ ਇੱਕਦਮ ਬੰਦਾ ਸੋਚਦਾ ਯਾਰ ਉਹ ਬੰਦੇ ਅੱਧਾ ਤਾਂ ਪੌਣਾ ਘੰਟਾ ਗੱਲ ਕਰ ਰਹੇ ਸੀ ਤੇ ਮੈਂ ਤਾਂ 1 ਸਕਿੰਟ ਵੀ ਨਹੀਂ ਰੁਕਿਆ, ਮੈਂ ਤਾਂ 1 ਮਿੰਟ ਵੀ ਨਹੀਂ ਰੁਕਿਆ, ਤਾਂ ਮੇਰਾ ਮਤਲਬ ਹੈ ਮੇਰਾ ਤਾਂ ਮਤਲਬ ਬਹੁਤ ਜ਼ਿਆਦਾ ਬੁਰਾ ਹਾਲ ਹੈਗਾ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ, ਇਸ ਤਰ੍ਹਾਂ ਦੀਆਂ ਡਿਸਕਸ਼ਨ ਕਰਨ ਤੋਂ ਵੀ ਬਚੋ। ਇਹ ਗੱਲ ਤੁਹਾਨੂੰ ਮੈਂ ਇੱਕ ਹੋਰ ਕਲੀਅਰ ਕਰ ਦਿੰਦਾ। ਟਾਈਮ ਦੀ ਜਿਹੜੀ ਗੱਲ ਹੈਗੀ ਹੈ ਡਿਊਰਿੰਗ ਇੰਟਰਕੋਰਸ ਟਾਈਮ ਦੀ, ਇਹ ਕਿਸੇ ਵੀ ਬੁੱਕ 'ਚ ਮੈਂਸ਼ਨ ਨਹੀਂ ਹੈ ਕਿ ਜੀ ਇੰਨਾ ਇੰਟਰਕੋਰਸ ਦਾ ਟਾਈਮ ਹੁੰਦਾ ਹੈ। ਮੇਰੀ ਇਸ ਪੁਆਇੰਟ ਦੇ ਉੱਤੇ ਇੱਕ ਬਹੁਤ ਸੀਨੀਅਰ ਵੈਦ ਨਾਲ ਗੱਲ ਹੋਈ ਸੀ ਜਦੋਂ ਮੈਂ ਫਾਈਨਲ ਈਅਰ ਦਾ ਸਟੂਡੈਂਟ ਸੀ। ਤਾਂ ਉਹ ਕਿਉਂਕਿ ਮੈਂ ਆਪਣੇ ਐਕਸਪੀਰੀਅੰਸ ਤੋਂ ਦੱਸ ਰਿਹਾ, ਇਹ ਗੱਲਾਂ ਹੁੰਦੀਆਂ ਸੀਗੀਆਂ। ਤਾਂ ਉਸ ਪੁਆਇੰਟ ਦੇ ਉੱਤੇ ਮੈਂ ਉਹਨਾਂ ਨੂੰ ਇੱਕ ਦਿਨ ਬੈਠੇ ਹੋਏ ਤਾਂ ਗੱਲਾਂ ਪੁੱਛੀਆਂ, ਮੈਂ ਕਿਹਾ ਸਰ ਇੱਦਾਂ ਦਾ ਇੱਕ ਪੁਆਇੰਟ ਹੈਗਾ ਵੀ ਕਿੰਨਾ ਟਾਈਮ ਹੁੰਦਾ ਹੈਗਾ, ਲੋਕੀ ਤਾਂ ਵੱਡੀਆਂ ਗੱਲਾਂ ਦੱਸਦੇ ਹੈਗੇ। ਤਾਂ ਉਹ ਜਿਹੜੇ ਬੜੇ ਸੀਨੀਅਰ ਤੇ ਬਹੁਤ ਹੀ ਸਮਝਦਾਰ ਵੈਦ ਸੀ, ਉਹਨਾਂ ਨੇ ਇੱਕੋ ਹੀ ਗੱਲ ਦੱਸੀ ਕਿ ਬੇਟਾ ਸਿਰਫ ਇੰਨਾ ਕੁ ਟਾਈਮ ਹੋਣਾ ਚਾਹੀਦਾ ਕਿ ਔਰਤ ਦਾ ਜਿਹੜਾ ਡਿਸਚਾਰਜ ਹੈ ਉਹ ਤੁਹਾਡੇ ਤੋਂ ਪਹਿਲਾਂ ਹੋਵੇ, ਤੁਸੀਂ ਔਰਤ ਤੋਂ ਬਾਅਦ ਡਿਸਚਾਰਜ ਹੋ। ਮਤਲਬ ਔਰਤ ਸੰਤੁਸ਼ਟ ਹੋ ਜਾਣੀ ਚਾਹੀਦੀ ਹੈ, ਭਾਵੇਂ 1 ਮਿੰਟ ਹੋਵੇ ਭਾਵੇਂ 30 ਮਿੰਟ ਹੋਣ। ਅਗਰ ਔਰਤ ਤੁਹਾਡੇ ਇੰਟਰਕੋਰਸ ਦੇ ਨਾਲ 1 ਮਿੰਟ 'ਚ ਸੰਤੁਸ਼ਟ ਹੋ ਜਾਂਦੀ ਹੈ, ਫਾਈਨ। ਅਗਰ ਉਹ 30 ਮਿੰਟ ਸੰਤੁਸ਼ਟ ਨਹੀਂ ਹੁੰਦੀ ਤਾਂ ਫਿਰ ਗਲਤ ਹੈ, ਤਾਂ ਉਹ ਵੀ ਖਰਾਬ ਹੈ, ਠੀਕ ਹੈ। ਤਾਂ ਇਸ ਲਈ ਕੋਈ ਟਾਈਮ ਦੀ ਟੈਨਸ਼ਨ ਨਾ ਲਓ। ਕੋਈ ਟਾਈਮ ਦਾ ਮਤਲਬ ਨਹੀਂ ਹੁੰਦਾ, ਮਤਲਬ ਹੈ ਕਿ ਕੀ ਤੁਸੀਂ ਔਰ ਤੁਹਾਡਾ ਪਾਰਟਨਰ ਕੀ ਉਸ ਟਾਈਮ ਨੂੰ ਇੰਜੋਏ ਕਰ ਰਿਹਾ, ਕਿ ਉਸ ਟਾਈਮ 'ਤੇ ਤੁਸੀਂ ਖੁਸ਼ ਹੈਗੇ ਹੋ, ਠੀਕ ਹੈ, ਕਿ ਤੁਹਾਡਾ ਪਾਰਟਨਰ ਤੁਹਾਡੇ ਤੋਂ ਸੰਤੁਸ਼ਟ ਹੈਗਾ, ਇਹ ਮੈਟਰ ਕਰਦਾ ਹੈਗਾ। ਤਾਂ ਇਸ ਪੁਆਇੰਟ ਨੂੰ ਅੱਛੀ ਤਰ੍ਹਾਂ ਸਮਝ ਲਓ, ਕਿਉਂਕਿ ਜ਼ਿਆਦਾ ਪ੍ਰੋਬਲਮ ਮਾਨਸਿਕ ਤੌਰ 'ਤੇ ਆ ਜਾਂਦੀ ਹੈਗੀ ਹੈ। ਤਾਂ ਇਹ ਮਾਨਸਿਕ ਪ੍ਰੋਬਲਮ ਨਾ ਬਣੇ, ਅਤੇ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਕਿਸੇ ਵੀ ਫਰੋਡ ਦੇ ਵਿੱਚ ਜਾਂ ਇਸ ਤਰ੍ਹਾਂ ਦੀ ਡਿਸਕਸ਼ਨ ਦੇ ਵਿੱਚ ਨਾ ਜਾਓ। ਜੀ। ਅਤੇ ਡਾਕਟਰ ਸਾਹਿਬ, ਫਿਰ ਇੱਕ ਵੱਡਾ ਸਵਾਲ ਇੱਥੇ ਇਹ ਪੈਦਾ ਹੋ ਜਾਂਦਾ ਹੈ ਕਿ ਅੱਜ ਕੱਲ੍ਹ ਜਿਸ ਤਰੀਕੇ ਦਾ ਮਾਹੌਲ ਚੱਲ ਰਿਹਾ ਹੈ, ਜਿਵੇਂ ਕਿ ਆਪਾਂ ਡਿਸਕਸ ਕੀਤਾ ਹੈ, ਅਤੇ ਅਜਿਹੇ ਵਿੱਚ ਫਿਰ ਬੰਦਾ ਕਰੇ ਤਾਂ ਕੀ ਕਰੇ, ਕਿੱਧਰ ਨੂੰ ਜਾਵੇ? ਕੀ ਸਹੀ ਰਾਹ ਤੁਸੀਂ ਦੱਸੋਗੇ ਕਿ ਅਸਲ ਸਹੀ ਰਾਹ ਕੀ ਹੈ? ਇੱਕ ਚੀਜ਼ ਹੁੰਦੀ ਹੈ ਅਸੀਂ ਐਕਸਰਸਾਈਜ਼ ਵੀ ਕਰ ਲਈ, ਅਸੀਂ ਆਪਣਾ ਖਾਣ ਪਾਣ ਵੀ ਠੀਕ ਕਰ ਲਿਆ, ਅਸੀਂ ਜੋ ਪ੍ਰੋਪਰ ਇੱਕ ਡਾਈਟ ਡਾਕਟਰ ਨੇ ਦੱਸੀ ਹੈ ਉਸ ਨੂੰ ਫੁੱਲ ਮਤਲਬ ਅਸੀਂ ਕਹਿ ਸਕਦੇ 100% ਆਪਣੀ ਜ਼ਿੰਦਗੀ ਦੇ ਅਨੁਸਾਰ ਉਹਨੂੰ ਢਾਲ ਲਿਆ, ਲੇਕਿਨ ਸਮੱਸਿਆ ਫਿਰ ਵੀ ਜਿਉਂ ਦੀ ਤਿਉਂ ਬਣੀ ਰਹੇ, ਤੇ ਫਿਰ ਕੋਈ ਹੱਲ ਹੈ?
ਸਰ ਬਹੁਤ ਵਧੀਆ ਹੱਲ ਹੈਗੇ ਆ, ਇਹ ਨਹੀਂ ਹੈ ਕਿ ਸਮੱਸਿਆ ਹੈ। ਦੇਖੋ ਗੱਲ ਕੀ ਹੈ, ਪਹਿਲੀ ਚੀਜ਼ ਤਾਂ ਜਿਹੜੇ ਮੈਂ ਤੁਹਾਨੂੰ ਇਹ ਗੱਲਾਂ ਦੱਸ ਰਿਹਾ, ਮੈਂ ਇਸ ਵਾਸਤੇ ਇਹਨਾਂ ਪੁਆਇੰਟ ਨੂੰ ਉਜਾਗਰ ਕਰ ਰਿਹਾ ਕਿ ਤੁਹਾਡੇ ਅੰਦਰ ਕਿਸੇ ਤਰ੍ਹਾਂ ਦਾ ਵੀ ਮਾਨਸਿਕ ਤਣਾਅ ਨਾ ਆਵੇ, ਕਿਉਂਕਿ ਅਗਰ ਤੁਸੀਂ ਮਾਨਸਿਕ ਤਣਾਅ ਦੇ ਵਿੱਚ ਆ ਜਾਂਦੇ ਹੋ, ਦੈਟ ਇਜ਼ ਸੈਕੰਡ ਸਟੇਜ, ਠੀਕ ਹੈ, ਤਾਂ ਉਸ ਪੁਆਇੰਟ ਤੋਂ ਵਾਪਸ ਲੈ ਕੇ ਆਉਣਾ ਤੁਹਾਨੂੰ ਬਹੁਤ ਮੁਸ਼ਕਿਲ ਹੁੰਦਾ ਹੈਗਾ, ਠੀਕ ਹੈ। ਤੇ ਇਸ ਲਈ ਤੁਸੀਂ ਕਦੇ ਮਾਨਸਿਕ ਤਣਾਅ 'ਚ ਨਾ ਆਓ। ਹੁਣ ਜਿਹੜੀ ਗੱਲ ਹੈਗੀ ਹੈ, ਤੁਸੀਂ ਖੁਰਾਕ ਦੀ ਗੱਲ ਕਰ ਰਹੇ ਹੋ, ਮੈਂ ਦਵਾਈ ਦੀ ਗੱਲ ਨਹੀਂ ਕਰੂੰਗਾ, ਇਹ ਖੁਰਾਕ ਹੈਗੀ ਹੈ। ਖੁਰਾਕ ਦੇ ਵਿੱਚ ਬਹੁਤ ਸਾਰੇ ਐਸੇ ਦਰੱਬਿਆ ਹੈਗੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਬਣਾਇਆ ਵੀ ਹੈਗਾ, ਬਹੁਤ ਪੁਰਾਣੇ ਸੀਨੀਅਰ ਵੈਦਾਂ ਦੇ ਨਾਲ, ਜਿਵੇਂ ਤੁਹਾਨੂੰ ਦੱਸਿਆ, ਹਰ ਪੁਆਇੰਟ ਨੂੰ ਡਿਸਕਸ ਕਰਕੇ ਕਿ ਕਿਹੜਾ ਦਰੱਬਿਆ ਕਿੱਦਾਂ ਕੰਮ ਕਰੇਗਾ, ਕਿਹੜਾ ਵੀਰਜ ਨੂੰ ਗਾੜਾ ਕਰੇਗਾ, ਕਿਹੜਾ ਵੀਰਜ ਨੂੰ ਜ਼ਿਆਦਾ ਸਟਰੋਂਗ ਬਣਾਏਗਾ, ਕਿਹੜਾ ਵੀਰਜ ਨੂੰ ਜ਼ਿਆਦਾ ਸਟੇਬਲ ਰੱਖੇਗਾ। ਇੱਦਾਂ ਦੇ ਇੱਕ ਮੈਡੀਸਨ ਤਿਆਰ ਕੀਤੀ ਹੈਗੀ ਹੈ, ਅਤੇ ਉਹ ਮੈਡੀਸਨ, ਅਗਰ ਉਹ ਮੈਡੀਸਨ ਨਹੀਂ, ਖੁਰਾਕ ਮੈਂ ਕਹਾਂਗਾ, ਅਗੇਨ ਸੌਰੀ, ਕਿਉਂਕਿ ਡਾਕਟਰ ਹੋਣ ਦੇ ਨਾਤੇ ਮੈਡੀਸਨ ਜ਼ਿਆਦਾ ਮੂੰਹ 'ਚੋਂ ਨਿਕਲਦਾ, ਬਟ ਇਹ ਖੁਰਾਕ ਹੈ, ਔਰ ਇਹ ਖੁਰਾਕ ਹਰ ਬੰਦੇ ਨੂੰ ਲੈਣੀ ਚਾਹੀਦੀ ਹੈ, ਹਰ ਬੰਦੇ ਨੂੰ ਲੈਣੀ ਚਾਹੀਦੀ ਹੈ। ਉਹਦਾ ਕਾਰਨ ਹੈ ਕਿ ਮੈਰਿਜ ਤੋਂ ਬਾਅਦ ਤੁਸੀਂ ਹਰ ਰੋਜ਼ ਆਪਣੀ ਵਾਈਫ ਦੇ ਨਾਲ ਇੰਟਰਕੋਰਸ ਕਰਦੇ ਹੋ, ਤਾਂ ਮਤਲਬ ਬੋਡੀ ਦੇ ਵਿੱਚੋਂ ਤੁਸੀਂ ਕੁਛ ਨਾ ਕੁਛ, ਜੋ ਤੁਹਾਡਾ ਮੇਜਰ ਪਾਰਟ ਵੀਰਜ ਸੀਗਾ, ਸ਼ੁਕਰ ਸੀ, ਜੋ 7ਵੀਂ ਧਾਤੂ ਬਣੀ ਸੀਗੀ, ਉਹਨੂੰ ਡਿਸਚਾਰਜ ਕਰਦੇ ਹੋ, ਠੀਕ ਹੈ, ਤਾਂ ਉਹਦਾ ਰਿਪਲੇਸਮੈਂਟ ਵੀ ਹੋਣਾ ਚਾਹੀਦਾ ਹੈ। ਤਾਂ ਉਹਦੇ ਲਈ ਸਪੈਸ਼ਲ ਇਹ ਖੁਰਾਕ ਤੁਸੀਂ ਸਾਲ ਦੇ ਵਿੱਚ 2 ਮਹੀਨੇ 3 ਮਹੀਨੇ ਲਈ ਲੈ ਲਓ, ਤਾਂ ਤੁਸੀਂ ਜ਼ਿੰਦਗੀ ਭਰ ਕਦੇ ਵੀ ਤੁਹਾਨੂੰ ਇੱਦਾਂ ਦੀ ਪ੍ਰੋਬਲਮ ਹੀ ਨਹੀਂ ਆਏਗੀ, ਜੀ, ਅਗਰ ਤੁਸੀਂ ਸ਼ੁਰੂ ਤੋਂ ਆਪਣੇ ਆਪ ਨੂੰ ਮੇਨਟੇਨ ਰੱਖਦੇ ਹੈਗੇ ਹੋ। ਇਹ ਇੱਦਾਂ ਦੀ ਇੱਕ ਮੈਡੀਸਨ ਪ੍ਰਪੇਅਰ ਕੀਤੀ ਹੈਗੀ ਹੈ, ਜਿਹਦੇ ਵਿੱਚ ਬਹੁਤ ਹੀ ਬਹੁਮੁੱਲੇ ਦਰੱਬੇ ਜਿਹੜੇ ਹੈਗੇ ਆ, ਉਹਨਾਂ ਦਾ ਇੱਕ ਬਹੁਤ ਵਧੀਆ ਕੰਬੀਨੇਸ਼ਨ, ਬਹੁਤ ਸਾਰੇ ਸੀਨੀਅਰ ਵੈਦਾਂ ਦੇ ਨਾਲ ਕੰਸਲਟ ਕਰਨ ਤੋਂ ਬਾਅਦ ਇੱਕ ਐਸੀ ਇੰਪੋਰਟੈਂਟ ਚੀਜ਼ ਬਣਾਈ ਹੈ, ਜਿਹਦਾ ਮੈਂ ਦੇਖਿਆ ਹੈਗਾ ਕਿ ਸਾਡੇ ਫੋਰਨ ਦੇ ਵਿੱਚ ਬਹੁਤ ਸਾਰੇ ਪੇਸ਼ੈਂਟਸ ਹੈਗੇ ਆ ਜੋ ਕਿ ਕਹਿੰਦੇ ਆ ਕਿ ਸਰ, ਮਤਲਬ ਇਹ ਪੰਜਾਬੀ 'ਚ ਕਹਿੰਦੇ ਨੇ ਕਿ ਸਿਰ ਹੈ ਜੀ, ਤਾਂ ਇੱਦਾਂ ਦੀ ਚੀਜ਼ ਇਹ ਹੈਗੀ ਹੈ ਜੀ। ਤੇ ਫਿਰ ਡਾਕਟਰ ਸਾਹਿਬ, ਜਾਂਦੇ ਤੁਸੀਂ ਜਿਹੜੇ ਅੱਜ ਕੱਲ੍ਹ ਦਾ ਨੌਜਵਾਨ ਵਰਗ ਹੈਗਾ, ਕੋਈ ਇੱਦਾਂ ਦਾ ਫਾਰਮੂਲਾ ਦੇ ਸਕਦੇ ਹੋ ਕਿ ਸਾਨੂੰ ਇਹ ਸਮੱਸਿਆ ਆਵੇ ਹੀ ਨਾ, ਸਾਨੂੰ ਇਸ ਤੱਕ ਦਵਾਈਆਂ ਦਾ ਜਿਹੜਾ ਫਾਰਮੂਲਾ ਹੈਗਾ ਉਹ ਤੱਕ ਪਹੁੰਚਣ ਦੀ ਜ਼ਰੂਰਤ ਹੀ ਨਾ ਪਵੇ? ਘਰ ਦੇ ਵਿੱਚ ਕਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ? ਸਰ, ਘਰ ਦੇ ਵਿੱਚ ਦੇਖੋ, ਤੁਹਾਡੀ ਸਭ ਤੋਂ ਪਹਿਲੀ ਇੰਪੋਰਟੈਂਟ ਚੀਜ਼ ਹੈਗੀ ਹੈ ਜੀ, ਤੁਸੀਂ ਆਪਣਾ ਖੁਰਾਕ ਦਾ ਧਿਆਨ ਰੱਖੋਗੇ, ਔਰ ਦੂਸਰਾ ਹੈਗਾ ਕਿ ਤੁਸੀਂ ਇੱਦਾਂ ਦਾ ਜਿਹੜਾ ਮੀਡੀਆ, ਸੋਸ਼ਲ ਮੀਡੀਆ ਹੈਗਾ, ਉਹ ਇੱਦਾਂ ਦਾ ਸਟੱਫ ਨਹੀਂ ਦੇਖੋਗੇ। ਇਹ 2 ਚੀਜ਼ਾਂ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈਗੀਆਂ। ਤੀਸਰਾ, ਤੁਸੀਂ ਇੱਕ ਅੱਛੀ ਕੁਆਲਿਟੀ ਦਾ ਮਿਲਕ ਇਨਟੇਕ ਤੁਹਾਡਾ ਹੁੰਦਾ ਰਹੇ, ਠੀਕ ਹੈ। ਐਂਡ ਫਾਈਨਲੀ, ਜਿਹੜੀ ਮੈਂ ਤੁਹਾਨੂੰ ਇਹ ਖੁਰਾਕ ਦੱਸ ਰਿਹਾ ਹੈਗਾ, ਇਹ ਖੁਰਾਕ ਹਰ ਬੰਦੇ ਲਈ ਜ਼ਰੂਰੀ ਹੈ। ਇਹ ਇੱਕ ਇਸ ਤਰ੍ਹਾਂ ਦੀ ਡਾਈਟ ਹੈ ਤੁਹਾਡੇ ਵਾਸਤੇ। ਡਾਈਟ ਕਿਉਂ ਹੈਗੀ ਹੈ? ਕਿਉਂਕਿ ਦੇਖੋ, ਜਿਸ ਚੀਜ਼ ਨੂੰ ਤੁਸੀਂ ਯੂਜ਼ ਕੀਤਾ ਹੈਗਾ, ਉਹਨੂੰ ਰਿਪਲੇਸ ਤਾਂ ਕਰਨਾ ਪਏਗਾ। ਜੀ। ਅਗਰ ਤੁਸੀਂ ਗਲਾਸ ਤੋਂ ਪਾਣੀ ਪੀਤਾ ਤਾਂ ਪਾਣੀ ਵਾਪਸ ਭਰਨਾ ਪਏਗਾ, ਠੀਕ ਹੈ। ਤਾਂ ਬੋਡੀ ਨੂੰ ਉੱਦਾਂ ਦੀ ਖੁਰਾਕ ਦੇਣੀ ਪਏਗੀ ਜਿਹੜੀ ਕਿ ਉਸ ਵੀਰਜ ਨੂੰ ਵਾਪਸ ਰਿਪਲੇਸ ਕਰਾਉਂਦੀ ਰਹੇ। ਅਗਰ ਉਹ ਤੁਸੀਂ ਟਾਈਮ ਟੂ ਟਾਈਮ ਰਿਪਲੇਸ ਕਰਦੇ ਰਹਿੰਦੇ ਹੋ, ਲਾਈਕ ਤੁਸੀਂ ਸਰਦੀਆਂ ਦੇ ਵਿੱਚ ਜਾਂ 1 ਮਹੀਨਾ 2 ਮਹੀਨੇ ਤੁਸੀਂ ਇਹ ਮੈਡੀਸਨ ਖਾ ਲੈਂਦੇ ਹੋ, ਇਹ ਡਾਈਟ ਲੈ ਲੈਂਦੇ ਹੋ, ਰਾਈਟ, ਤਾਂ ਉਦੋਂ ਬਾਅਦ ਤੁਹਾਨੂੰ ਜ਼ਿੰਦਗੀ ਭਰ ਕਦੇ ਪ੍ਰੋਬਲਮ ਹੀ ਨਹੀਂ ਆਏਗੀ। ਰਾਦਰ ਦੈਨ ਕਿ ਆਪਾਂ ਇਹ ਸੋਚੀਏ ਕਿ ਯਾਰ ਮੈਨੂੰ ਜਦੋਂ ਪ੍ਰੋਬਲਮ ਆਈ ਨਹੀਂ ਹੈ, ਮੈਂ ਕਿਉਂ ਲਵਾਂ ਡਾਈਟ, ਜਦੋਂ ਮੈਨੂੰ ਪ੍ਰੋਬਲਮ ਆਏਗੀ ਫਿਰ ਮੈਂ ਡਾਈਟ ਲਵਾਂਗਾ, ਤਾਂ ਮੈਂ ਕਿਉਂ ਇੱਦਾਂ ਦਾ ਹਾਲਾਤ ਪੈਦਾ ਕਰਾਂ। ਪੁਰਾਣੇ ਬਜ਼ੁਰਗ ਦੇਖੋ ਤੁਸੀਂ, ਬਹੁਤ ਜਦੋਂ ਸਰਦੀਆਂ ਆਉਂਦੀਆਂ ਸੀਗੀਆਂ ਤਾਂ ਇੱਦਾਂ ਦੀਆਂ ਪਿੰਨੀਆਂ, ਇੱਦਾਂ ਦਾ ਖੋਆ, ਇੱਦਾਂ ਦੀਆਂ ਚੀਜ਼ਾਂ ਰਲਾ ਕੇ, ਪੰਜੀਰੀ ਰਲਾ ਕੇ ਖਾਂਦੇ ਸੀ ਉਹ, ਹੈ, ਉਹਨਾਂ ਨੂੰ ਪਤਾ ਸੀ ਇਸ ਚੀਜ਼ਾਂ ਦਾ ਵੀ ਇਹ ਸਮਾਨ ਵਿੱਚ ਪਾਉਣਾ ਹੈ। ਤਾਂ ਜਿਵੇਂ ਸਾਲਮ ਪੰਜਾ ਹੈ, ਸਾਲਮ ਮਿਸ਼ਰੀ ਹੈ, ਮੂਸਲੀ ਹੈ, ਇਹ ਸਾਰਾ ਕੁਝ ਪਾ ਕੇ ਉਹ ਇੱਕ ਪੰਜੀਰੀ ਜਾਂ ਪਿੰਨੀਆਂ ਬਣਾ ਕੇ ਲੈਂਦੇ ਸੀ, ਅਤੇ ਪੂਰਾ ਸਰਦੀਆਂ ਖਾਂਦੇ ਸੀ, ਅਤੇ ਲਾਈਫ ਲੌਂਗ 70 80 ਸਾਲ ਦੀ ਉਮਰ ਤੱਕ ਉਹ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਦੇ ਸੀ। ਔਨ ਰਿਕਾਰਡ ਹੈ, ਮੇਰੇ ਕੋਲ ਇਸ ਤਰ੍ਹਾਂ ਦੇ ਪੇਸ਼ੈਂਟ ਆਏ ਹੈਗੇ ਕਿ ਮੈਂ ਖੁਦ ਕਈ ਵਾਰ ਤਾਂ ਹੱਕਾ ਬੱਕਾ ਰਿਹਾ ਜੀ। ਮੇਰੇ ਕੋਲ ਇੱਕ ਪੇਸ਼ੈਂਟ ਆਇਆ, ਮਤਲਬ ਤੁਸੀਂ ਯਕੀਨ ਕਰੋਗੇ, ਉਹ ਬੰਦਾ ਹੀ ਵਾਜ਼ ਮੋਰ ਦੈਨ 70 years old and he was enjoying। ਜੀ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਡਾਕਟਰ ਸੁਨੀਲ ਕੁਮਾਰ, ਜਿਨ੍ਹਾਂ ਨੇ ਬੜੇ ਸਾਫ਼ ਔਰ ਸਾਦੇ ਅਲਫਾਜ਼ਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਗ੍ਰਸਤੀ ਨਾਲ ਸੰਬੰਧਿਤ ਪ੍ਰੋਬਲਮਸ ਨੂੰ ਕਿਵੇਂ ਅਸੀਂ ਖੁਦ ਡੀਲ ਕਰ ਸਕਦੇ ਹਾਂ, ਤੇ ਕਿਸ ਤਰੀਕੇ ਨਾਲ ਅਗਰ ਅਸੀਂ ਕਿਸੇ ਵੇਦ ਹਕੀਮ ਕੋਲ ਜਾਂਦੇ ਹਾਂ ਤਾਂ ਉਸ ਕੋਲੋਂ ਅਸੀਂ ਆਪਣਾ ਸਹੀ ਟ੍ਰੀਟਮੈਂਟ ਕਿਸ ਤਰੀਕੇ ਨਾਲ ਲੈ ਸਕਦੇ ਹਾਂ। ਸੋ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ, ਇਸ ਬਾਬਤ ਆਪਣੀ ਰਾਏ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਫਿਰ ਵੀ ਜੇਕਰ ਕੋਈ ਸਵਾਲ ਤੁਹਾਡਾ ਗ੍ਰਸਤੀ ਨਾਲ ਸੰਬੰਧਿਤ, ਆਪਣੀ ਜਿਹੜੀ ਸਿਹਤ ਨਾਲ ਸੰਬੰਧਿਤ ਹੈ, ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ। ਆਪਣਾ ਨੰਬਰ ਤੁਸੀਂ ਛੱਡ ਦਿਓ, ਅਸੀਂ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਦੇ ਨਾਲ, ਉਸ ਨੰਬਰ ਦੇ ਉੱਤੇ ਡਾਕਟਰ ਸਾਹਿਬ ਦੀ ਟੀਮ ਤੁਹਾਡੇ ਨਾਲ ਗੱਲ ਕਰੇਗੀ ਔਰ ਤੁਹਾਡੀ ਜਿਹੜੀ ਬਿਮਾਰੀ ਹੈ, ਤੁਹਾਡੀ ਸਮੱਸਿਆ, ਉਸ ਦਾ ਹੱਲ ਹੋ ਸਕੇ। ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ, ਇਹ ਵੀ ਦੱਸਣਾ ਤੁਸੀਂ ਨਾ ਭੁੱਲਣਾ।